ਮੇਰੇ ਫਰੈਂਡ ਹੈਗੇ ਮਿਸਟਰ ਦਿਓਲ, ਉਹਨਾਂ ਦੀ ਗੱਡੀ ਦੇ ਅੱਗੇ ਕੁੱਤੇ ਆ ਗਏ ਸੀਗੇ ਦੋ, ਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਫਿਰ ਉਹਨਾਂ ਨੂੰ ਮਤਲਬ ਠੀਕ ਕਰਵਾਇਆ ਔਰ ਡਾਕਟਰ ਦੇ ਕੋਲ ਲੈ ਕੇ ਗਏ। ਔਰ ਇਨਫੈਕਟ ਉਹਨਾਂ ਦੀ US ਦੀ ਫਲਾਈਟ ਸੀਗੀ, ਉਹਨਾਂ ਨੇ ਫਲਾਈਟ ਆਪਣੀ ਮਿਸ ਕੀਤੀ ਤੇ ਪੋਸਟਪੋਨ ਕਰਵਾਈ। ਤੇ ਉਹ ਜਿਹੜਾ ਸਾਰਾ ਖਰਚਾ ਵਗੈਰਾ ਉਸ ਟਾਈਮ ਆਇਆ ਉਨ ਦੋ ਡੌਗਸ ਦੀ ਕੇਅਰ ਵਾਸਤੇ, ਉਹ ਅਪਰੋਕਸੀਮੇਟਲੀ 2 ਤੋਂ 3 ਲੱਖ ਰੁਪਈਆ ਖਰਚਾ ਆਇਆ। ਤੇ ਫਿਰ ਸਾਨੂੰ ਇਹ ਲੱਗਾ ਕਿ ਯਾਰ ਅਸੀਂ ਲੋਕਾਂ ਦੀ ਤਾਂ ਹੈਲਪ ਕਰਦੇ ਹਾਂ, ਨੀਡੀ ਪਰਸਨਸ ਦੀ ਹੈਲਪ ਕਰਦੇ ਹਾਂ, ਤੇ ਕਿਉਂ ਨਾ ਅਸੀਂ ਜਾਨਵਰਾਂ ਦੀ ਹੈਲਪ ਕਰੀਏ। ਇਹ ਜਿਹੜੇ ਸਾਰੇ ਡੌਗਸ ਜਾਂ ਹੋਰ ਐਨੀਮਲਸ ਹੈਗੇ, ਇਹ ਸਟਰੇ ਐਨੀਮਲਸ ਹੈਗੇ ਜੀ, ਆਵਾਰਾ, ਠੀਕ ਹੈ। ਅਸੀਂ ਉਹਨਾਂ ਵਾਸਤੇ ਕੰਮ ਕਰ ਰਹੇ ਹੈਗੇ, ਨਾ ਕਿ ਪੈਟਸ ਵਾਸਤੇ ਜੇ ਕਿਸੇ ਦਾ ਪਾਲਤੂ ਹੈ। ਯੈਸ, ਇਨ ਫਿਊਚਰ ਜੇ ਅਸੀਂ ਪੈਟਸ ਨੂੰ ਕੇਅਰ ਕਰਾਂਗੇ ਤੇ ਮੇ ਬੀ ਵੀ ਕੈਨ ਚਾਰਜ, ਬਟ ਜੋ ਸਟਰੇ ਹੈਗੇ ਆ ਉਹਨਾਂ ਦਾ ਜਿਹੜਾ ਜਿੰਨਾ ਵੀ ਟ੍ਰੀਟਮੈਂਟ ਹੈ ਦੈਟ ਵਿਲ ਬੀ ਫ੍ਰੀ ਆਫ ਕਾਸਟ। ਇੱਥੇ ਸਟ੍ਰੈਚਰ ਲੱਗੀ ਹੋਈ ਹੈਗੀ ਹੈ, ਇੱਥੇ ਮਤਲਬ ਕਲੀਨਿੰਗ ਦਾ ਪੂਰਾ ਪ੍ਰੋਸੈਸ ਹੈ। ਜੋ ਮੈਡੀਸਿਨਸ ਅੰਦਰ ਰੱਖਣੀਆਂ ਹੈਗੀਆਂ ਉਹ ਅਸੀਂ ਰੈਫਰੀਜਰੇਟਰ ਰੱਖਿਆ ਹੋਇਆ ਹੈਗਾ। ਤੇ ਇਹ ਜਿਹੜੀ ਐਂਬੂਲੈਂਸ ਹੈ ਇਹ ਟੋਟਲੀ ਇਕੁਇਪਡ ਹੈਗੀ ਹੈ CCTV ਦੇ ਨਾਲ, ਠੀਕ ਹੈ। GPRS ਇਨੇਬਲਡ ਹੈਗਾ। ਜਿੱਥੇ ਵੀ ਇਹ ਐਂਬੂਲੈਂਸ ਜਾਏਗੀ ਉਹਦੀ ਵੀਡੀਓਗ੍ਰਾਫੀ ਵੀ ਰਹੇਗੀ ਸਾਡੇ ਕੋਲ, ਤੇ ਉਹ ਅਸੀਂ ਇਹਨੂੰ ਟਰੈਕ ਵੀ ਕਰਦੇ ਰਹਿੰਦੇ ਹੈਗੇ ਟਾਈਮ ਟੂ ਟਾਈਮ। ਕੁਝ ਡੌਗਸ ਜਿਹੜੇ ਹੈਗੇ ਆ ਉਹ ਟ੍ਰੀਟਮੈਂਟ ਤੋਂ ਬਾਅਦ ਜਾਂ ਸਰਵਾਈਵ ਨਹੀਂ ਕਰ ਪਾਉਂਦੇ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹਨਾਂ ਨੂੰ ਬਰੀ ਕਰਨ ਵਾਸਤੇ ਜਾਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਅਜੇ ਤੱਕ ਕੁਝ ਇਸ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਹੈ, ਜਾਂ ਕੋਈ ਪਲੇਸ ਨਹੀਂ ਹੈ, ਜਾਂ ਕਿਸੇ ਦੇ ਖੇਤ ਦੇ ਵਿੱਚ ਦਬਾ ਦਿਓ ਤੇ ਦੈਟ ਇਜ਼ ਇਲੀਗਲ, ਠੀਕ ਹੈ। ਤੇ ਅਸੀਂ ਜੋ ਚਾਹੁੰਦੇ ਹਾਂ, ਅਸੀਂ ਪ੍ਰੋਪਰਲੀ ਉਹਦਾ ਸਾਡੇ ਸਰਕਾਰ ਦੇ ਨਾਲ ਗੱਲ ਕਰਕੇ ਇਹ ਅਸੀਂ ਉਹਦਾ ਅੱਗੇ ਕੀ ਪ੍ਰੋਸੈਸ ਰਹੇਗਾ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਤੁਸੀਂ ਦੇਖੋਗੇ ਕਿ ਸਾਡੇ ਕੋਲ ਅੰਦਰ ਇੱਕ ਕੇਜ ਰੱਖੀ ਹੋਈ ਹੈਗੀ ਹੈ, ਠੀਕ ਹੈ ਜੀ। ਜੇ ਕੋਈ ਡੌਗ ਜ਼ਿਆਦਾ ਹੀ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ ਤੇ ਉਸ ਕੇਜ ਨੂੰ ਅਸੀਂ ਖੋਲ੍ਹ ਕੇ ਅਸੀਂ ਉਹਦਾ ਯੂਟੀਲਾਈਜੇਸ਼ਨ ਕਰ ਸਕਦੇ ਹਾਂ। ਸਾਡੇ ਕੋਲ ਇਹ ਰੋਡ ਰੱਖੀ ਹੋਈ ਹੈਗੀ ਹੈ, ਠੀਕ ਹੈ, ਜਿਸ ਤੋਂ ਅਸੀਂ ਡੌਗ ਕੈਚ ਕਰ ਸਕਦੇ ਹੈਗੇ, ਡੌਗ ਕੈਚਰ ਹੈਗਾ, ਠੀਕ ਹੈ ਜੀ। ਸੋ ਮੀਨਸ ਔਰ ਜਿਹੜਾ ਸਟਾਫ ਹੁੰਦਾ ਉਹ ਟ੍ਰੇਨਡ ਸਟਾਫ ਹੀ ਹੋਏਗਾ ਜੀ। ਮਨੁੱਖਤਾ ਦੀ ਸੇਵਾ ਕਰਦੇ ਹੋਏ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਹੋਣਾ, ਪਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜਿਹੇ ਸ਼ਖਸ ਦੇ ਨਾਲ ਕਰਵਾਵਾਂਗੇ ਜੋ ਆਪਣੀ NGO ਦੇ ਜ਼ਰੀਏ ਜੋ ਕਿ ਬੇਜ਼ੁਬਾਨ ਜਾਨਵਰਾਂ ਦੇ ਵਾਸਤੇ ਇੱਕ ਵਿਸ਼ੇਸ਼ ਉਪਰਾਲਾ ਕਰ ਰਹੇ ਹਨ। ਬੇਜ਼ੁਬਾਨ ਜਾਨਵਰ ਜੋ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੇ ਲਈ ਇੱਕ ਐਂਬੂਲੈਂਸ ਦੀ ਸੇਵਾ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ। ਵੇਖ ਸਕਦੇ ਹੋ ਇਹ ਐਂਬੂਲੈਂਸ ਜਿਸ ਦੇ ਜ਼ਰੀਏ ਜੋ ਜਾਨਵਰ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੇ ਲਈ ਫ੍ਰੀ ਸੇਵਾ ਸ਼ੁਰੂ ਕੀਤੀ ਗਈ ਹੈ। ਲਵਿੰਗ ਪੌਜ਼ ਫਾਊਂਡੇਸ਼ਨ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਅਮਿਤ ਚੈਨ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਉਹਨਾਂ ਦੇ ਵੱਲੋਂ ਇਸ ਐਂਬੂਲੈਂਸ ਨੂੰ ਕਿਉਂ ਤਿਆਰ ਕੀਤਾ ਗਿਆ ਹੈ। ਸਰ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਡਮ। ਸਰ, ਤੁਹਾਡੇ ਵੱਲੋਂ ਐਂਬੂਲੈਂਸ ਦਾ ਇਹ ਉਪਰਾਲਾ ਸ਼ੁਰੂ ਕੀਤਾ ਗਿਆ, ਕਿਉਂ ਜ਼ਰੂਰਤ ਲੱਗੀ ਤੁਹਾਨੂੰ? ਮੈਮ ਇਸ ਤਰ੍ਹਾਂ ਹੈ ਕਿ ਅਸੀਂ ਕੁਝ ਫਰੈਂਡਸ ਹੈਗੇ ਹਾਂ, ਸਾਨੂੰ ਇਸ ਤਰ੍ਹਾਂ ਲੱਗਾ ਕਿ ਮਤਲਬ ਅਸੀਂ ਲੋਕਾਂ ਦੀ ਸੇਵਾ ਤਾਂ ਬਹੁਤ ਸਾਰੇ ਲੋਕ ਕਰਦੇ ਨੇ, ਠੀਕ ਹੈ, ਲੇਕਿਨ ਜਾਨਵਰਾਂ ਦੀ ਸੇਵਾ ਕਰਨ ਵਾਸਤੇ ਲੋਕ ਘੱਟ ਨੇ। ਤੇ ਇੱਕ ਇਨਸੀਡੈਂਟ ਹੋਇਆ ਸੀਗਾ ਛੋਟਾ ਜਿਹਾ, ਮੇਰੇ ਫਰੈਂਡ ਹੈਗੇ ਮਿਸਟਰ ਦਿਓਲ, ਉਹਨਾਂ ਦੀ ਗੱਡੀ ਦੇ ਅੱਗੇ ਕੁੱਤੇ ਆ ਗਏ ਸੀਗੇ ਦੋ, ਤੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਫਿਰ ਉਹਨਾਂ ਨੂੰ ਮਤਲਬ ਠੀਕ ਕਰਵਾਇਆ ਔਰ ਡਾਕਟਰ ਦੇ ਕੋਲ ਲੈ ਕੇ ਗਏ। ਔਰ ਇਨਫੈਕਟ ਉਹਨਾਂ ਦੀ US ਦੀ ਫਲਾਈਟ ਸੀਗੀ, ਉਹਨਾਂ ਨੇ ਫਲਾਈਟ ਆਪਣੀ ਮਿਸ ਕੀਤੀ ਤੇ ਪੋਸਟਪੋਨ ਕਰਵਾਈ। ਤੇ ਉਹ ਜਿਹੜਾ ਸਾਰਾ ਖਰਚਾ ਵਗੈਰਾ ਉਸ ਟਾਈਮ ਆਇਆ ਉਨ ਦੋ ਡੌਗਸ ਦੀ ਕੇਅਰ ਵਾਸਤੇ, ਉਹ ਅਪਰੋਕਸੀਮੇਟਲੀ 2 ਤੋਂ 3 ਲੱਖ ਰੁਪਈਆ ਖਰਚਾ ਆਇਆ। ਤੇ ਫਿਰ ਸਾਨੂੰ ਇਹ ਲੱਗਾ ਕਿ ਯਾਰ ਅਸੀਂ ਲੋਕਾਂ ਦੀ ਤਾਂ ਹੈਲਪ ਕਰਦੇ ਹਾਂ, ਨੀਡੀ ਪਰਸਨਸ ਦੀ ਹੈਲਪ ਕਰਦੇ ਹਾਂ, ਤੇ ਕਿਉਂ ਨਾ ਅਸੀਂ ਜਾਨਵਰਾਂ ਦੀ ਹੈਲਪ ਕਰੀਏ। ਤੇ ਜਸਟ ਉਹਦੇ ਨਾਲ ਡਿਸਕਸ਼ਨ ਚੱਲ ਰਹੀ ਸੀਗੀ। ਉਹ ਜਿਹੜੇ ਡੌਗਸ ਐਕਸੀਡੈਂਟਲ ਡੌਗ ਸੀਗੇ ਉਹ ਉਹਨਾਂ ਨੂੰ US ਲੈ ਗਏ, ਤੇ ਉਹਨਾਂ ਦਾ ਫਿਰ ਸਾਡੇ ਦਿਮਾਗ 'ਚ ਆਇਆ ਕਿ ਕਿਉਂ ਨਾ ਅਸੀਂ ਡੌਗਸ ਲਈ ਕੰਮ ਕਰਨਾ ਸ਼ੁਰੂ ਕਰੀਏ। ਡੌਗਸ ਦੇ ਨਾਲ ਨਾਲ ਜੋ ਇੰਜਰਡ ਐਨੀਮਲਸ ਹੋਰ ਹੈਗੇ, ਕਾਊਜ਼ ਵਗੈਰਾ, ਉਹਨਾਂ ਵਾਸਤੇ ਵੀ ਅਸੀਂ ਸੋਚੀਏ। ਤੇ ਅਸੀਂ ਫਿਰ ਐਂਬੂਲੈਂਸ ਸਟਾਰਟ ਕੀਤੀ। ਇਨੀਸ਼ੀਅਲੀ ਅਸੀਂ ਡਾਕਟਰ ਸਾਹਿਬ ਹੈਗੇ ਨੇ ਇੱਥੇ ਲੱਦੇਵਾਲੀ, ਅਸੀਂ ਉਹਨਾਂ ਦੇ ਨਾਲ ਡਿਸਕਸ਼ਨ ਕੀਤੀ ਤੇ ਉਹਨਾਂ ਨਾਲ ਸਟਾਰਟ ਕੀਤਾ। ਲੇਕਿਨ ਸਾਨੂੰ ਕੁਝ ਚੈਲੰਜਸ ਫੇਸ ਹੋ ਰਹੇ ਸੀਗੇ ਕਿ ਸਾਨੂੰ ਜੋ ਇੰਜਰਡ ਐਨੀਮਲ ਸੀਗੇ, ਅਸੀਂ ਉਹਨਾਂ ਦਾ ਟ੍ਰੀਟਮੈਂਟ ਜਦੋਂ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਨੂੰ ਵਾਪਸ ਉਸ ਲੋਕੇਸ਼ਨ ਤੇ ਪਹੁੰਚਾਉਂਦੇ ਸੀਗੇ। ਜਦੋਂ ਪਹੁੰਚਾਉਂਦੇ ਸੀ ਉਹ ਸ਼ੈਲਟਰ ਸਾਡੇ ਕੋਲ ਸੀਗਾ ਨਹੀਂ ਕੋਈ, ਤੇ ਸਾਨੂੰ ਬੜਾ ਪ੍ਰੋਬਲਮ ਹੋ ਰਿਹਾ ਸੀਗਾ ਕਿ ਡੌਗ ਆਪਣੇ ਆਪ ਨੂੰ ਖੁਰੇਦਦਾ ਹੈ ਜਾਂ ਹੋਰ ਵੀ ਕੋਈ ਜਾਨਵਰ ਹੈ ਆਪਣੇ ਆਪ ਨੂੰ ਖੁਰੇਦ ਲੈਂਦਾ, ਆਪਣਾ ਜਿਹੜਾ ਵੁੰਡ ਹੈ ਉਹ ਖੁਰੇਦ ਲੈਂਦੇ। ਤੇ ਇਸ ਲਈ ਅਸੀਂ ਉਸ ਨੂੰ ਓਵਰਕਮ ਕਰਨ ਲਈ ਅਸੀਂ ਸ਼ੈਲਟਰ ਦਾ ਵੀ ਸਟਾਰਟ ਕੀਤਾ ਤੇ ਅਸੀਂ ਇੱਕ ਸ਼ੈਲਟਰ ਬਣਾ ਰਹੇ ਹਾਂ ਤਲਨ ਦੇ ਕੋਲ ਪਿੰਡ ਹੈਗਾ ਜੀ, ਉੱਥੇ ਅਸੀਂ ਇੱਕ ਸ਼ੈਲਟਰ ਬਣਾ ਰਹੇ ਹਾਂ ਜਿਹਦੇ ਵਿੱਚ ਅਸੀਂ ਹਸਪੀਟਲ
ਹਸਪੀਟਲ ਦੇ ਨਾਲ ਹੀ ਅਪਰੋਕਸੀਮੇਟਲੀ 150-200 ਡੌਗਸ ਨੂੰ ਅਸੀਂ ਉੱਥੇ ਸ਼ੈਲਟਰ ਕਰ ਸਕਦੇ ਹਾਂ, ਲੇਕਿਨ ਸਿਰਫ ਇੰਜਰਡ। ਇਹ ਜਿਹੜੇ ਸਾਰੇ ਡੌਗਸ ਜਾਂ ਹੋਰ ਐਨੀਮਲਸ ਹੈਗੇ ਆ, ਇਹ ਔਨ ਸਟਰੇ ਐਨੀਮਲਸ ਹੈਗੇ ਆ ਜੀ, ਅਵਾਰਾ, ਠੀਕ ਹੈ। ਅਸੀਂ ਉਹਨਾਂ ਵਾਸਤੇ ਕੰਮ ਕਰ ਰਹੇ ਹੈਗੇ, ਨਾ ਕਿ ਪੈਟਸ ਵਾਸਤੇ ਜੇ ਕਿਸੇ ਦੇ ਪਾਲਤੂ ਹੈ। ਯੈਸ, ਇਨ ਫਿਊਚਰ ਜੇ ਅਸੀਂ ਪੈਟਸ ਨੂੰ ਕੇਅਰ ਕਰਾਂਗੇ ਤੇ ਮੇ ਬੀ ਵੀ ਕੈਨ ਚਾਰਜ, ਬਟ ਜੋ ਸਟਰੇ ਹੈਗੇ ਆ ਉਹਨਾਂ ਦਾ ਜਿਹੜਾ ਜਿੰਨਾ ਵੀ ਟ੍ਰੀਟਮੈਂਟ ਹੈ ਦੈਟ ਵਿਲ ਬੀ ਫ੍ਰੀ ਆਫ ਕਾਸਟ। ਤੇ ਇਹਦੇ ਵਾਸਤੇ ਜੋ ਸਾਡਾ ਇੰਡੀਅਨ ਐਕਟ ਹੈਗਾ, ਐਨੀਮਲ ਐਕਟ, ਉਹਦੇ ਵਿੱਚ ਅਸੀਂ ਕਿਸੇ ਵੀ ਜਾਨਵਰ ਨੂੰ ਰੀਲੋਕੇਟ ਨਹੀਂ ਕਰ ਸਕਦੇ। ਤੇ ਇਸ ਲਈ ਅਸੀਂ ਜਿੱਥੋਂ ਇੰਜਰਡ ਐਨੀਮਲ ਚੱਕਾਂਗੇ ਉਹਦਾ ਪੂਰੀ ਵੀਡੀਓਗ੍ਰਾਫੀ ਹੋਏਗੀ, ਵੀਡੀਓਗ੍ਰਾਫੀ ਤੋਂ ਬਾਅਦ ਉਸੇ ਜਾਨਵਰ ਨੂੰ ਠੀਕ ਕਰਕੇ ਅਸੀਂ ਉਸੇ ਪੋਜੀਸ਼ਨ ਤੇ ਉਸੇ ਪਲੇਸ ਤੇ ਡ੍ਰੌਪ ਕਰਾਂਗੇ ਜੋ ਠੀਕ ਹੋਣ ਤੋਂ ਬਾਅਦ। ਜੀ। ਤੇ ਜੇਕਰ ਕੋਈ ਡੌਗ ਇੰਜਰਡ ਹੈ, ਸਟਰੀਟ ਡੌਗ, ਤੇ ਉਸ ਨੂੰ ਲਿਆਇਆ ਜਾਂਦਾ ਹੈ ਐਂਬੂਲੈਂਸ ਦੇ ਵਿੱਚ, ਤੇ ਕੋਈ ਚਾਰजेस ਵੀ ਹੁੰਦੇ ਨੇ? ਨਹੀਂ ਮੈਮ, ਐਸਾ ਕੋਈ ਚਾਰजेस ਨਹੀਂ ਹੈ, ਕਿਉਂਕਿ ਅਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਕਿ ਜਿਹੜਾ ਉਪਰਾਲਾ ਹੈਗਾ ਇਹ ਸਿਰਫ ਮਨੁੱਖਤਾ ਵਾਸਤੇ ਹੀ ਹੈਗਾ ਹੈ। ਤੇ ਅਸੀਂ ਜੋ ਵੀ ਚਾਰजेस ਹੈਗੇ ਆ ਉਹ ਸਾਡੀ NGO ਹੀ ਬੇਅਰ ਕਰੇਗੀ। ਬੇਸ਼ੱਕ ਇਹ ਜਿਹੜੀ ਵੈਨ ਹੈਗੀ ਹੈ, ਸਾਡੇ ਫਰੈਂਡ ਹੈਗੇ ਮਿਸਟਰ ਸੁਰਿੰਦਰ ਸਿੰਘ ਧੋਲ, ਉਹਨਾਂ ਨੇ ਹੀ ਸਾਨੂੰ ਡੋਨੇਟ ਕੀਤੀ ਹੈਗੀ ਹੈ। ਤੇ ਉਹਨਾਂ ਦੀ ਫੈਮਿਲੀ ਤੋਂ, ਉਹਨਾਂ ਦੇ ਫਰੈਂਡਸ ਤੋਂ ਸਾਨੂੰ ਬਹੁਤ ਸਾਰਾ ਮਾਨ ਮਿਲਿਆ ਹੈਗਾ। ਔਰ ਜਿਹੜੇ ਅਸੀਂ ਇੱਥੇ ਫਰੈਂਡਸ ਹੈਗੇ ਆ, ਕਿੰਨੇ ਕੁ ਲੋਕ ਜੁੜੇ ਹੋਏ ਨੇ ਟੋਟਲ? ਮੈਮ ਅਪਰੋਕਸੀਮੇਟਲੀ ਅਸੀਂ 30 to 40 ਹੈਗੇ ਆ ਜੋ ਨਹੀਂ, ਇੱਕੋ ਹੀ NGO ਸਰ, ਇੱਕੋ NGO ਮੈਡਮ। ਤੇ ਹਾਂ, ਸਾਨੂੰ ਹੋਰ NGOs ਤੋਂ ਵੀ ਕਾਲ ਆਉਂਦੇ ਰਹੇ। ਤੇ ਹਜੇ ਫॉर द ਟਾਈਮ ਬਿੰਗ ਅਸੀਂ ਆਪਣੀ ਜਿਹੜੀ ਸਰਵਿਸਿਜ਼ ਹੈ ਸਟਾਪ ਕੀਤੀਆਂ ਹੋਈਆਂ ਹੈਗੀਆਂ, ਤਾਂ ਕਿ ਅਸੀਂ ਆਪਣਾ ਸ਼ੈਲਟਰ ਕਵਰ ਕਰ ਲਈਏ। ਤੁਹਾਨੂੰ ਅਸੀਂ ਆਪਣੇ ਸ਼ੈਲਟਰ ਵੀ ਲੈ ਕੇ ਜਾਵਾਂਗੇ, ਅਸੀਂ ਉੱਥੇ ਦਿਖਾਉਂਦੇ ਹਾਂ ਕਿ ਅਸੀਂ ਕੀ ਕਰਦੇ ਪਏ ਹੈਗੇ। ਦੈਟ ਸ਼ੈਲਟਰ ਵਿਲ ਬੀ ਟਿਪੀਕਲੀ ਕਿ ਜਿਹੜੇ ਡਾਕਟਰ ਰਹਿਣਗੇ ਉਹ ਇਨਸਾਈਡ ਹੀ ਰਹਿਣਗੇ, ਜਿਹੜਾ ਵੀ ਸਟਾਫ ਰਹੇਗਾ ਉਹ ਇਨਸਾਈਡ ਹੀ ਰਹੇਗਾ। ਮਤਲਬ 24/7 ਇਹ ਸਰਵਿਸਿਜ਼ ਸਾਡੀਆਂ ਉੱਥੇ ਅਵੇਲੇਬਲ ਰਹਿਣਗੀਆਂ ਜੀ। ਤੇ ਸਰ ਐਂਬੂਲੈਂਸ ਦੇ ਵਿੱਚ ਕਿਹੜਾ ਸਮਾਨ ਪਿਆ, ਉਸ ਬਾਰੇ ਵੀ ਦਰਸ਼ਕਾਂ ਨੂੰ ਦੱਸੋ। ਐਂਬੂਲੈਂਸ ਦੇ ਵਿੱਚ ਜਿਹੜਾ ਸਮਾਨ ਪਿਆ ਹੈ ਬੇਸਿਕਲੀ ਕਿ ਜੋ ਹਿਊਮਨ ਐਂਬੂਲੈਂਸ ਦੇ ਵਿੱਚ ਹੁੰਦਾ ਹੈਗਾ ਲਾਈਫ ਸਪੋਰਟ ਵਾਸਤੇ, ਤੇ ਉਹ ਸਾਰਾ ਸਮਾਨ ਅਵੇਲੇਬਲ ਹੈ। ਤੁਸੀਂ ਦੇਖੋਗੇ ਇੱਥੇ ਸਟ੍ਰੈਚਰ ਲੱਗੀ ਹੋਈ ਹੈਗੀ ਹੈ, ਠੀਕ ਹੈ ਜੀ। ਔਰ ਸੌਰੀ, ਇੱਥੇ ਸਟ੍ਰੈਚਰ ਲੱਗੀ ਹੋਈ ਹੈਗੀ ਹੈ। ਇੱਥੇ ਮਤਲਬ ਕਲੀਨਿੰਗ ਦਾ ਪੂਰਾ ਪ੍ਰੋਸੈਸ ਹੈ। ਜੋ ਮੈਡੀਸਿਨਸ ਅੰਦਰ ਰੱਖਣੀਆਂ ਹੈਗੀਆਂ ਉਹ ਅਸੀਂ ਰੈਫਰੀਜਰੇਟਰ ਰੱਖਿਆ ਹੋਇਆ ਹੈਗਾ। ਤੇ ਇਹ ਜਿਹੜੀ ਐਂਬੂਲੈਂਸ ਹੈ ਇਹ ਟੋਟਲੀ ਇਕੁਇਪਡ ਹੈਗੀ ਹੈ CCTV ਦੇ ਨਾਲ, ਠੀਕ ਹੈ। GPRS ਇਨੇਬਲਡ ਹੈਗਾ। ਜਿੱਥੇ ਵੀ ਇਹ ਐਂਬੂਲੈਂਸ ਜਾਏਗੀ ਉਹਦੀ ਵੀਡੀਓਗ੍ਰਾਫੀ ਵੀ ਰਹੇਗੀ ਸਾਡੇ ਕੋਲ, ਤੇ ਉਹ ਅਸੀਂ ਇਹਨੂੰ ਟਰੈਕ ਵੀ ਕਰਦੇ ਰਹਿੰਦੇ ਹੈਗੇ ਟਾਈਮ ਟੂ ਟਾਈਮ। ਅਤੇ CCTV ਕੈਮਰਾ ਲੱਗਿਆ ਹੋਇਆ? ਹਾਂਜੀ ਮੈਮ, CCTV ਕੈਮਰਾ ਲੱਗਾ ਤਾਂ ਕਿ ਸਾਨੂੰ ਪਤਾ ਚੱਲੇ ਕਿ ਜੇ ਕੋਈ ਡੌਗ ਆ ਰਿਹਾ ਉਹ ਕਿਸ ਕੰਡੀਸ਼ਨ ਦੇ ਵਿੱਚ ਹੈਗਾ। ਸਮਟਾਈਮਸ ਜ਼ਰੂਰੀ ਨਹੀਂ ਹੈ ਕਿ ਅੱਜ ਜਦ ਕੋਈ ਵੀ ਐਨੀਮਲ ਆ ਰਿਹਾ ਉਹ 100% ਬਚ ਸਕੇ, ਲੇਕਿਨ ਕਈ ਵਾਰ ਸਾਨੂੰ ਆਪਣੀ ਸੇਫਟੀ ਵਾਸਤੇ ਵੀ ਸਾਨੂੰ ਇਹ ਸਪੋਰਟ ਚਾਹੀਦੀ ਹੁੰਦੀ ਹੈਗੀ ਕਿ ਕਿਸ ਕੰਡੀਸ਼ਨ 'ਚ ਅਸੀਂ ਲੈ ਕੇ ਆਏ ਹੈਗੇ ਡੌਗ ਨੂੰ, ਤੇ ਕਿਸ ਕੰਡੀਸ਼ਨ ਦੇ ਵਿੱਚ ਉਹ ਸੀਗਾ। ਜੇ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਦੈਟ ਇਜ਼ ਰਿਕਾਰਡਡ ਵਿਦ ਅਸ ਜੀ। ਤੇ ਸਰ ਜਦੋਂ ਜ਼ਖਮੀ ਡੌਗਸ ਆਉਂਦੇ ਨੇ ਉਹਨਾਂ ਦੇ ਲਈ ਕੋਈ ਤੁਸੀਂ ਸਪੈਸ਼ਲ ਡਾਕਟਰਸ ਦੀ ਟੀਮ ਵੀ ਹਾਇਰ ਕੀਤੀ ਹੋਈ ਹੈ? ਜੀ ਮੈਮ, ਸਾਡੇ ਹੁਣ ਅਸੀਂ ਜੋ ਪਹਿਲਾਂ ਤਾਂ ਅਸੀਂ ਕੰਟਰੈਕਚੁਅਲ ਡਾਕਟਰ ਦੇ ਨਾਲ ਅਸੀਂ ਟਾਈਪ ਕੀਤਾ ਹੋਇਆ ਸੀਗਾ, ਲੇਕਿਨ ਵੀ ਆਰ ਸਟਾਰਟਿੰਗ ਇਟ ਅਪਰੋਕਸੀਮੇਟਲੀ, ਮਤਲਬ ਸਾਡਾ ਜਿਹੜਾ ਸ਼ੈਲਟਰ ਹੈਗਾ ਦੈਟ ਵਿਲ ਬੀ ਅਪ ਇਨ ਅਕਤੂਬਰ। ਤੇ ਅਸੀਂ ਉਹਦੇ ਵਾਸਤੇ ਇਨ ਹਾਊਸ ਡਾਕਟਰ ਜਿਹੜੇ ਹੈਗੇ ਆ ਉਹ ਅਸੀਂ ਰੱਖਾਂਗੇ। ਡਾਕਟਰਸ ਦੇ ਨਾਲ ਜਿਹੜਾ ਸਟਾਫ ਹੈਗਾ ਉਹ ਵੀ ਸਾਡਾ ਰਹੇਗਾ। ਤਾਂ ਅਪਰੋਕਸੀਮੇਟਲੀ ਸਾਡੇ 15 ਤੋਂ 20 ਲੋਕ ਜਿਹੜੇ ਰਹਿਣਗੇ ਉੱਥੇ ਸਾਡੇ ਕੈਂਪਸ ਦੇ ਵਿੱਚ ਰਹਿਣਗੇ ਅੰਦਰ ਹੀ। ਸਰ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਜਾਨਵਰਾਂ ਲਈ ਸੰਸਥਾ ਸ਼ੁਰੂ ਕਰਨੀ ਚਾਹੀਦੀ ਹੈ? ਕਿੰਨਾ ਸਮਾਂ ਹੋ ਗਿਆ ਤੇ ਇਸ ਸੰਸਥਾ ਦਾ ਮੁੱਖ ਮਕਸਦ ਕੀ ਹੈ? ਮੈਮ, ਸੰਸਥਾ ਦਾ ਮੁੱਖ ਮਕਸਦ ਜਾਂ ਕਦੋਂ ਸਟਾਰਟ ਹੋਇਆ, ਇਹ ਜਦੋਂ ਕੋਵਿਡ ਸਟਾਰਟ ਹੋਇਆ ਸੀਗਾ, ਇਹ ਉਸੇ ਟਾਈਮ ਦੀ ਗੱਲ ਹੈਗੀ ਹੈ ਕਿ ਅਸੀਂ ਜਿਹੜੇ ਡੌਗ ਸੀਗੇ ਅਸੀਂ ਉਹਨਾਂ ਨੂੰ ਮਤਲਬ ਲੈ ਕੇ ਸਾਡਾ ਪ੍ਰੋਬਲਮ ਸ਼ੁਰੂ ਹੋਇਆ ਸੀਗਾ ਕਿ ਐਕਸੀਡੈਂਟਲ ਡੌਗ ਸਾਡੇ ਕੋਲ ਆਏ, ਤੇ ਅਸੀਂ ਉਹ ਐਕਸੀਡੈਂਟਲ ਡੌਗਸ ਨੂੰ ਟ੍ਰੀਟ ਕਰਵਾ ਕੇ ਤੇ ਉਹਨਾਂ ਦਾ ਟ੍ਰੀਟਮੈਂਟ ਵਾਸਤੇ ਅਸੀਂ ਫਗਵਾੜੇ 'ਤੇ ਇੱਕ ਡਾਕਟਰ ਸੀਗੇ, ਅਸੀਂ ਉਹਨਾਂ ਦੀ ਹੈਲਪ ਲਿੱਤੀ। ਆਫਟਰ ਦੈਟ ਜਦੋਂ ਡੌਗਸ ਠੀਕ ਹੋ ਗਏ, ਉਹਨਾਂ ਦਾ ਨਾਮ ਰੱਖਿਆ ਡੱਬੂ ਤੇ ਖੁਸ਼ੀ, ਔਰ ਡੱਬੂ ਔਰ ਖੁਸ਼ੀ ਨੂੰ ਅਸੀਂ ਲੈ ਗਏ ਅਮਰੀਕਾ। ਤੇ ਅਮਰੀਕਾ ਜਾਣ ਤੋਂ ਬਾਅਦ ਫਿਰ ਸਾਡੇ ਦਿਮਾਗ 'ਚ ਇਹ ਸੀਗਾ ਕਿ ਅਸੀਂ ਹਿਊਮੈਨਿਟੀ ਲਈ ਅਸੀਂ ਕੁਝ ਸਟਰੇ ਡੌਗਸ ਲਈ ਕੁਝ ਕਰੀਏ, ਤੇ ਅਸੀਂ ਸਟਾਰਟ ਕੀਤਾ। ਦੈਟ ਵਾਜ਼ ਨਾਟ ਇਨ ਅ ਪ੍ਰੋਪਰ ਵੇ। ਤੇ ਫਿਰ ਸਾਡੇ ਜਨਵਰੀ 2021 'ਚ ਸਾਡਾ ਡਿਸਕਸ਼ਨ ਹੋਇਆ ਕਿ ਅਸੀਂ ਵੈਨ ਵਾਸਤੇ ਦੇਖਣਾ ਸ਼ੁਰੂ ਕੀਤਾ ਕਿ ਅਸੀਂ ਵੈਨ ਵੀ ਲਈਏ ਔਰ ਉਹਨੂੰ ਐਂਬੂਲੈਂਸ ਦੇ ਵਿੱਚ ਕਨਵਰਟ ਕਰੀਏ, ਤੇ ਸਟਰੇ ਡੌਗਸ ਲਈ ਅਸੀਂ ਫੂਡਿੰਗ ਵੀ ਕਰੀਏ ਕਿ ਜਿਹੜੇ ਸਟਰੇ ਡੌਗਸ ਦੂਰ ਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਖਾਣਾ ਵਗੈਰਾ ਪਹੁੰਚਾਉਣ ਦੀ ਵੀ ਸ਼ੁਰੂਆਤ ਕੀਤੀ। ਲੇਕਿਨ ਜੋ ਅਸੀਂ ਫੇਸ ਕਰ ਰਹੇ ਸੀਗੇ ਇਨ ਸੈਪਟੈਂਬਰ ਵੀ ਫੇਸਡ ਕਿ ਸਾਡੇ ਲਈ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ। ਹੁਣ ਇੱਕ ਮੇਜਰ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਹੈ ਕਿ ਕੁਝ ਡੌਗਸ ਜਿਹੜੇ ਹੈਗੇ ਆ
ਉਹ ਟ੍ਰੀਟਮੈਂਟ ਤੋਂ ਬਾਅਦ ਜਾਂ ਸਰਵਾਈਵ ਨਹੀਂ ਕਰ ਪਾਉਂਦੇ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹਨਾਂ ਨੂੰ ਬਰੀ ਕਰਨ ਵਾਸਤੇ ਜਾਂ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਹਜੇ ਤੱਕ ਕੁਝ ਇਸ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਹੈ ਜਾਂ ਕੋਈ ਪਲੇਸ ਨਹੀਂ ਹੈ, ਜਾਂ ਕਿਸੇ ਦੇ ਖੇਤ ਦੇ ਵਿੱਚ ਦਬਾ ਦਿਓ ਤੇ ਦੈਟ ਇਜ਼ ਇਲੀਗਲ। ਠੀਕ ਹੈ, ਤੇ ਅਸੀਂ ਜੋ ਚਾਹੁੰਦੇ ਹਾਂ ਅਸੀਂ ਪ੍ਰੋਪਰਲੀ ਉਹਦਾ ਸਾਡੇ ਸਰਕਾਰ ਦੇ ਨਾਲ ਗੱਲ ਕਰਕੇ ਇਹ ਅਸੀਂ ਉਹਦਾ ਅੱਗੇ ਕੀ ਪ੍ਰੋਸੈਸ ਰਹੇਗਾ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ। ਜਿਹੜਾ ਮੁੱਖ ਮਕਸਦ ਹੈਗਾ ਟੂ ਹੈਲਪ ਹਿਊਮੈਨਿਟੀ, ਜੀ ਟੂ ਹੈਲਪ ਹਿਊਮੈਨਿਟੀ, ਦਿਸ ਇਜ਼ ਦਾ ਮੇਨ ਏਮ। ਸਰ ਹੋਏ ਤੁਹਾਡੇ ਸ਼ੈਲਟਰ ਹਾਊਸ ਬਣ ਰਹੇ ਨੇ ਤੇ ਹੁਣ ਜਿਹੜੇ ਇੰਜਰਡ ਡੌਗ ਆਉਂਦੇ ਨੇ ਉਹਨਾਂ ਨੂੰ ਤੁਸੀਂ ਕਿੱਥੇ ਰੱਖਦੇ ਹੋ? ਮੈਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਅਜੇ ਆਪਣੀ ਸਰਵਿਸਿਜ਼ ਸਟਾਪ ਕੀਤੀਆਂ ਹੋਈਆਂ ਹੈਗੀਆਂ ਤੇ ਅਸੀਂ ਸ਼ੁਰੂਆਤੀ ਤੌਰ ਦੇ ਵਿੱਚ ਕਿੱਥੇ ਰੱਖਦੇ ਸ਼ੁਰੂਆਤੀ ਤੌਰ ਤੇ ਤਾਂ ਮੈਮ ਅਸੀਂ ਸਾਡੇ ਜਿਹੜੇ ਡਾਕਟਰ ਸੀਗੇ ਅਸੀਂ ਉਹਨਾਂ ਦੇ ਨਾਲ ਹੀ ਟਾਈਪ ਕੀਤਾ ਹੋਇਆ ਸੀਗਾ ਤੇ ਅਸੀਂ ਉਹਨਾਂ ਦੇ ਕੋਲ ਹੀ ਰੱਖ ਰਹੇ ਸੀਗੇ। ਲੇਕਿਨ ਸਾਡੀ ਜਿਹੜੀ ਕਾਸਟ ਆਂਦੀ ਸੀਗੀ ਇੱਕ ਡੌਗ ਨੂੰ ਸ਼ੈਲਟਰ ਕਰਨ ਦੀ, ਦੈਟ ਵਾਸ ਔਨ ਅ ਹਾਇਰ ਸਾਈਡ, ਤੇ ਮੀਨਸ ਇੱਕ ਦਿਨ ਦਾ ਸਾਨੂੰ ਜਿਹੜਾ 3,500-4,000 ਰੁਪਏ ਸਿਰਫ ਸ਼ੈਲਟਰ ਕਰਨ ਦਾ ਖਰਚਾ ਪੈ ਜਾਂਦਾ ਸੀਗਾ। ਤੇ ਅਸੀਂ ਉਸ ਨੂੰ ਓਵਰਕਮ ਕਰਨ ਲਈ ਅਸੀਂ ਆਪਣਾ ਸ਼ੈਲਟਰ ਜਿਹੜਾ ਹੈਗਾ ਉਹ ਤਿਆਰ ਕਰਨਾ ਸ਼ੁਰੂ ਕੀਤਾ। ਅਸੀਂ ਅਪਰੋਕਸੀਮੇਟਲੀ 12,000 ਸਕੁਅਰ ਫੀਟ ਜਿਹੜੀ ਜਗ੍ਹਾ ਹੈ ਅਸੀਂ ਉਹਨੂੰ ਕਵਰ ਕਰ ਚੁੱਕੇ ਹੈਗੇ ਹਾਂ, ਜਿਹਦੇ ਵਿੱਚ 6,000 ਸਕੁਅਰ ਫੀਟ ਦੇ ਵਿੱਚ ਸਾਡਾ ਹਸਪੀਟਲ ਹੈਗਾ ਤੇ 6,000 ਸਕੁਅਰ ਫੀਟ ਦੇ ਵਿੱਚ ਸਾਡਾ ਜਿਹੜਾ ਹੋਸਟਲ ਹੈਗਾ ਜਿੱਥੇ ਡੌਗਸ ਨੂੰ ਅਸੀਂ ਸ਼ੈਲਟਰ ਕਰਾਂਗੇ। ਤੇ ਸਾਡੇ ਕੋਲ ਜਿਹੜਾ ਓਪਨ ਏਰੀਆ ਹੈਗਾ ਦੈਟ ਇਜ਼ ਅਪਰੋਕਸੀਮੇਟਲੀ 30,000 ਸਕੁਅਰ ਫੀਟ ਹੋਰ ਹੈਗਾ, ਜਿਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਉਪਰਾਲੇ ਹੈ ਉਹ ਕਰਾਂਗੇ। ਉੱਥੇ ਅਸੀਂ ਕਾਊ ਸ਼ੈਡ ਵੀ ਬਣਾ ਰਹੇ ਹੈਗੇ ਆ। ਠੀਕ ਹੈ, ਪਹਿਲੇ ਇਹ 2 ਬਿਲਡਿੰਗ ਸਾਡੀ ਰੈਡੀ ਹੋ ਜਾਣ ਪੂਰੀ ਤਰ੍ਹਾਂ ਤੇ ਨਾਲ ਹੀ ਅਸੀਂ ਕਾਊ ਸ਼ੈਡ ਬਣਾ ਦਾਂਗੇ ਜੀ ਉੱਥੇ। ਸਰ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਇਹ ਡੌਗ ਇੰਜਰਡ ਹੈ ਤੇ ਇਹਨੂੰ ਇੱਥੋਂ ਚੱਕ ਕੇ ਲਿਆਉਣਾ ਵਾ? ਮੈਮ ਇਸ ਤਰ੍ਹਾਂ ਕਿ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਅਸੀਂ ਉਸ ਹੈਲਪਲਾਈਨ ਨੰਬਰ ਤੇ ਅਸੀਂ ਸਰਕੂਲੇਟ ਕੀਤਾ ਹੋਇਆ ਹੈਗਾ। ਉਹ ਹੈਲਪਲਾਈਨ ਨੰਬਰ ਹਲੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਰਵਿਸਿਜ਼ ਹਲੇ ਸਟਾਪ ਕੀਤੀਆਂ ਤਾਂ ਅਸੀਂ ਨੰਬਰ ਵੀ ਬੰਦ ਕੀਤਾ ਹੋਇਆ ਹੈਗਾ। ਅਸੀਂ ਜਿਸ ਤਰ੍ਹਾਂ ਸਾਡਾ ਕੰਮ ਦੁਬਾਰਾ ਸ਼ੁਰੂ ਹੋਏਗਾ ਅਸੀਂ ਇਸ ਨੂੰ ਰਿਜ਼ਿਊਮ ਕਰ ਦਾਂਗੇ। ਰਿਜ਼ਿਊਮ ਕਰਕੇ ਸਾਨੂੰ ਪੂਰੇ ਜਲੰਧਰ ਤੋਂ ਕੀ ਸਾਨੂੰ ਜਲੰਧਰ ਤੋਂ ਬਾਹਰੋਂ ਵੀ ਕਾਲਸ ਆਉਂਦੀਆਂ, ਸੋਸ਼ਲ ਮੀਡੀਆ ਤੋਂ ਅਸੀਂ ਆਪਣਾ ਜਿਹੜਾ ਨੰਬਰ ਹੈ ਸਰਕੂਲੇਟ ਕੀਤਾ ਹੋਇਆ ਹੈਗਾ ਤੇ ਸਾਨੂੰ ਜਿਹੜੀ ਕਾਲਸ ਆਉਂਦੀਆਂ ਹੈਗੀਆਂ ਫਿਰ ਉਸ ਕਾਲਸ ਦੇ ਥਰੂ ਅਸੀਂ ਸਾਡੇ ਕੋਲ ਜਿਹੜਾ ਸਟਾਫ ਹੈਗਾ ਉਸ ਡੌਗ ਨੂੰ ਉਸ ਲੋਕੇਸ਼ਨ ਤੋਂ ਲੈ ਕੇ ਆਉਂਦਾ ਹੈਗਾ। ਠੀਕ ਹੈ ਜੀ, ਤੇ ਫਿਰ ਉਹ ਡਾਕਟਰਸ ਨੂੰ ਟ੍ਰੀਟ ਕਰਦੇ ਨੇ ਜੀ। ਸਰ ਬਹੁਤ ਸਾਰੇ ਲੋਕ ਹੋਣਗੇ ਜੋ ਤੁਹਾਡੀ ਸੰਸਥਾ ਦੇ ਨਾਲ ਜੁੜਨਾ ਚਾਹੁੰਦੇ ਹੋਣਗੇ, ਕਿਵੇਂ ਜੁੜ ਸਕਦੇ ਨੇ ਫਿਰ? ਮੈਮ ਸਾਡੀ ਜਿਹੜੀ ਵੈਬਸਾਈਟ ਹੈ ਦੈਟ ਇਜ਼ www.lovingpausindia.org। ਇਸ ਸਾਈਟ ਤੇ ਜਾ ਕੇ ਆਪਣਾ ਵਲੰਟੀਅਰਸ਼ਿਪ ਤੁਸੀਂ ਐਡ ਕਰ ਸਕਦੇ ਹੈਗੇ ਤੇ ਬਾਕੀ ਸਾਡਾ ਫੇਸਬੁੱਕ ਔਰ ਇੰਸਟਾਗ੍ਰਾਮ ਡਿਟੇਲਸ ਹੈਗੀਆਂ, ਤੁਸੀਂ ਉਸ ਤੇ ਵੀ ਕੋਈ ਵੀ ਜਾ ਕੇ ਉਹ ਆਪਣੇ ਆਪ ਨੂੰ ਵਲੰਟੀਅਰ ਕਰ ਸਕਦਾ ਹੈਗਾ। ਸਰ ਕਈ ਵਾਰ ਇਦਾਂ ਦੀ ਪ੍ਰੋਬਲਮ ਆਈ ਕਿ ਤੁਹਾਡੇ ਕੋਲ ਕੋਈ ਜ਼ਖਮੀ ਡੌਗ ਆਇਆ ਹੋਵੇ, ਇਨਫੈਕਟਡ ਹੋਵੇ, ਈਵਨ ਹੋਰਾਂ ਡੌਗਸ ਨੂੰ ਵੀ ਉਸ ਤੋਂ ਖਤਰਾ ਹੋਵੇ, ਤੇ ਫਿਰ ਕਿਵੇਂ ਮੈਨੇਜ ਕਰਦੇ ਹੋ? ਮੈਮ ਦੇਖੋ ਜਿਹੜੀ ਸਪੈਸ਼ਲ ਟੀਮ ਹੈ ਉਹ ਆਪਣੇ ਆਪ ਹੀ ਮੈਨੇਜ ਕਰਦੇ ਹੈਗੇ ਕਿ ਉਹ ਉਸ ਡੌਗ ਨੂੰ ਅਲੱਗ ਰੱਖਣਾ ਹੈ ਕਿ ਕਿਸ ਤਰ੍ਹਾਂ ਰੱਖਣਾ ਹੈ ਜਾਂ ਉਹਨਾਂ ਨੂੰ ਕੇਜਿਸ ਦੇ ਵਿੱਚ ਰੱਖਣਾ ਹੈ। ਤੁਸੀਂ ਦੇਖੋਗੇ ਕਿ ਸਾਡੇ ਕੋਲ ਅੰਦਰ ਇੱਕ ਕੇਜ ਰੱਖੀ ਹੋਈ ਹੈਗੀ ਹੈ। ਠੀਕ ਹੈ ਜੀ, ਜੇ ਕੋਈ ਡੌਗ ਜ਼ਿਆਦਾ ਹੀ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ ਤੇ ਉਸ ਕੇਜ ਨੂੰ ਅਸੀਂ ਖੋਲ੍ਹ ਕੇ ਅਸੀਂ ਉਹਦਾ ਯੂਟਿਲਾਈਜੇਸ਼ਨ ਕਰ ਸਕਦੇ ਹਾਂ। ਸਾਡੇ ਕੋਲ ਇਹ ਰੋਡ ਰੱਖੀ ਹੋਈ ਹੈਗੀ ਹੈ। ਠੀਕ ਹੈ, ਜਿਸ ਤੋਂ ਅਸੀਂ ਡੌਗ ਕੈਚ ਕਰ ਸਕਦੇ ਹੈਗੇ, ਡੌਗ ਕੈਚਰ ਹੈਗਾ। ਠੀਕ ਹੈ ਜੀ, ਸੋ ਮੀਨਸ ਔਰ ਜਿਹੜਾ ਸਟਾਫ ਹੁੰਦਾ ਉਹ ਟ੍ਰੇਨਡ ਸਟਾਫ ਹੀ ਹੋਏਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਅਮਿਤ ਚੰਦ ਮੌਜੂਦ ਸਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਵੇਖ ਸਕਦੇ ਹੋ ਕਿੰਨਾ ਚੰਗਾ ਉਪਰਾਲਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਆਪਣੀ ਐਨਜੀਓ ਦੇ ਨਾਲ ਮਿਲ ਕੇ ਜਾਨਵਰਾਂ ਦੇ ਲਈ, ਬੇਜ਼ੁਬਾਨ ਜਾਨਵਰਾਂ ਦੇ ਦਰਦ ਨੂੰ ਸਮਝਦੇ ਹੋਏ ਉਹਨਾਂ ਵੱਲੋਂ ਫ੍ਰੀ ਐਂਬੂਲੈਂਸ ਦੀ ਸੇਵਾ ਨੂੰ ਸ਼ੁਰੂ ਕੀਤਾ ਗਿਆ ਹੈ। ਸੋ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਕਿਹੋ ਜਿਹਾ ਲੱਗਾ ਹੈ ਤੁਸੀਂ ਆਪਣੀ ਰਾਏ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਮੈਂ ਸਿਮਰਨ ਜਲੰਧਰ ਤੋਂ।